ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਨਵਾਂ ਸਾਲ, ਨਵਾਂ ਸਮਾਂ ਤੇ ਨਵੀਂ ਸਿਆਸਤ, ਇਹ ਸਭ ਕੁਝ 2023 ਦੀ ਬੁੱਕਲ ਦੇ ਵਿੱਚ ਹੈ। ਪਰ ਅਜਿਹਾ ਬਹੁਤ ਕੁਝ ਪੁਰਾਣਾ ਹੈ ਜੋ ਤੁਹਾਡੇ ਨਾਲ ਸਾਂਝਾ ਕਰਾਂਗੇ। ਚਰਚਾ ਕਰਾਂਗੇ ਸਿੱਖ ਸਿਆਸਤ ਜਾਂ ਕਹਿ ਲਈਏ 2022 ਪੰਥਕ ਗੂੰਜਾਂ ਦੀ। ਸੋ ਕਰਦੇ ਹਾਂ ਸ਼ੁਰੂਆਤ। ਸਿੱਖ ਸਿਆਸਤ ਦੇ ਨਾਂ ਤੋਂ ਤਾਂ ਤੁਸੀਂ ਸਮਝ ਗਏ ਹੋਣੇ ਕਿ ਸਿੱਖ ਤੇ ਸਿਆਸਤ ਯਾਨੀ ਸੰਸਥਾਵਾਂ ਉਹ ਅਦਾਰੇ ਜਿਨ੍ਹਾਂ ਤੇ ਸਿੱਖਾਂ ਦੇ ਨਾਲ ਜੁੜੇ ਮਸਲੇ ਵਿਚਾਰੇ ਤੇ ਸੁਲਝਾਏ ਜਾਂਦੇ ਨੇ। ਹਰ ਉਹ ਹੁਕਮ ਤੇ ਫਰਮਾਨ ਮੰਨਣਯੋਗ ਹੈ ਜੋ ਜਾਰੀ ਕੀਤਾ ਜਾਵੇ। ਹਰ ਸੰਸਥਾ ਸਤਿਕਾਰਯੋਗ ਹੈ। ਇਹ ਸੰਸਥਾਵਾਂ ਖੁਦ ਮੁਖਤਿਆਰ ਨੇ। ਐਸਜੀਪੀਸੀ ਮੁੱਖ ਸੰਸਥਾ ਹੈ ਯਾਨੀ ਸ਼੍ਰੋਮਣੀ ਕਮੇਟੀ, ਜਿਸ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੈ। ਡੀਐਸਜੀਐਮਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਕੋਲ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਹੈ। ਐਚਐਸਜੀਐਮਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੂੰ ਹਰਿਆਣਾ ਦੇ ਹੁਣ ਸਮੂਹ ਗੁਰਦੁਆਰੇ ਸਹਿਬਾਨਾਂ ਦਾ ਦੇਖ-ਰੇਖ ਸੌਂਪ ਦਿੱਤਾ ਗਿਆ ਹੈ। ਇਹ ਵਿਸਤਾਰ ਦੱਸਣ ਦਾ ਕਾਰਨ ਵੀ ਦੱਸਾਂਗੇ ਕਿਉਂਕਿ 2022 'ਚ ਅਜਿਹੀਆਂ ਕਈ ਸੁਰਖੀਆਂ ਰਹੀਆਂ ਜਿਨ੍ਹਾਂ ਦਾ ਸਿੱਧਾ ਸਰੋਕਾਰ ਸੀ ਸਿੱਖ ਸੰਗਤ ਨਾਲ। ਸਾਲ 2022 ਚ ਜਿੱਥੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਿਆਸਤ ਦਾ ਤਖਤਾ ਪਲਟ ਕੇ ਰੱਖ ਦਿੱਤਾ, ਤਾਂ ਉੱਥੇ ਹੀ ਸਾਲ ਦੇ ਵਿੱਚ ਕਈ ਅਜਿਹੇ ਉਤਰਾਅ ਚੜ੍ਹਾਅ ਆਏ ਜਿਸ ਨੇ ਸਿੱਖ ਸਿਆਸਤ ਦੇ ਨਾਂ ਨੂੰ ਜਿਉਂਦਾ ਕਰ ਦਿੱਤਾ। ਕਈ ਕਾਰਨ ਰਹੇ ਜਿਸ 'ਚ ਸਵਾਲ ਉੱਠੇ ਤੇ ਨਾਮ ਦਿੱਤਾ ਗਿਆ ਸਿੱਖ ਸਿਆਸਤ ਦਾ, ਤੇ ਉਹ ਵੀ ਕਿਸੇ ਹੋਰ ਨੇ ਨਹੀਂ, ਆਪਣਿਆਂ ਨੇ ਹੀ ਚੁੱਕੇ, ਕਿਉਂਕਿ ਹਮੇਸ਼ਾ ਅਦਬ ਤੇ ਸਤਿਕਾਰ ਦੀ ਅੱਖ ਸਿੱਖਾਂ ਦੀ ਸੰਸਥਾਵਾਂ ਪ੍ਰਤੀ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਡੀਐਸਜੀਐਮਸੀ ਦੀਆਂ ਚੋਣਾਂ ਹੋਈਆਂ। ਅਗਸਤ 2021 ਦੇ ਆਏ ਨਤੀਜਿਆਂ 'ਚ ਦਿੱਲੀ ਕਮੇਟੀ ਦੇ ਪ੍ਰਧਾਨ ਦੀ ਹਾਰ ਹੋਈ, ਪਰ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਜਿੱਤੀਆਂ। ਜਿਸ ਦੇ ਕਰੀਬ 4 ਮਹੀਨੇ ਬਾਅਦ ਮਨਜਿੰਦਰ ਸਿਰਸਾ ਨੇ ਨਿੱਜੀ ਕਾਰਨ ਦੱਸਦਿਆਂ ਨਾ ਸਿਰਫ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ, ਬਲਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ 'ਚ ਭਾਜਪਾ 'ਚ ਸ਼ਾਮਿਲ ਹੋ ਗਏ ਤੇ ਅਸਤੀਫੇ ਦੀ ਕਾਪੀ ਟਵੀਟ ਤੇ ਸਾਂਝੀ ਕਰ ਲਿਖਿਆ, ਮੇਰੇ ਨਾਲ ਕੰਮ ਕਰਨ ਵਾਲੇ ਸਾਰੇ ਅਹੁਦੇਦਾਰਾਂ ਮੈਂਬਰਾਂ ਦਾ ਮੈਂ ਦਿਲੋਂ ਧੰਨਵਾਦੀ ਹਾਂ। ਮੈਂ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਰਿਹਾ ਤੇ ਮੈਂ ਆਉਣ ਵਾਲੀਆਂ ਡੀਐਸਜੀਐਮਸੀ ਦੀਆਂ ਅੰਦਰੂਨੀ ਚੋਣਾਂ ਨਹੀਂ ਲੜਾਂਗਾ। ਆਪਣੇ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਮੇਰੀ ਵਚਨਬੱਧਤਾ ਜਿਉਂਦੀ ਤਿਉਂ ਕਾਇਮ ਰਹੇਗੀ। ਇਹ ਤਾਂ ਸੀ 2021 ਦਸੰਬਰ ਤੱਕ ਦੀ ਸਰਗਰਮੀ, ਪਰ ਚੜ੍ਹਦੇ ਸਾਲ 2022 ਜਨਵਰੀ 'ਚ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਪ੍ਰਧਾਨ ਚੁਣੇ ਗਏ। ਕਿ ਜਿਹੜੀ ਲੜਾਈ ਅਸੀਂ ਲੜ ਕੇ ਸੰਗਤਾਂ ਦੇ ਵਿੱਚ ਜਿੱਤ ਕੇ ਆਏ ਸੀ, ਸੰਗਤਾਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਸੰਗਤਾਂ ਨੇ ਜੋ ਮਾਣ ਬਖਸ਼ਿਆ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਅੱਜ ਜਿਹੜਾ ਬੜਾ ਵੱਡਾ ਫੈਸਲਾ ਸਮੁੱਚੀ ਟੀਮ ਨੇ ਇਹ ਲਿਆ ਕਿ ਅੱਜ ਦਿੱਲੀ ਦੇ ਹੱਕਾਂ ਦੀ ਰਾਖੀ ਵਸੇ, ਦਿੱਲੀ ਦੇ ਮੁੱਦਿਆਂ ਵਸੇ, ਦਿੱਲੀ ਨੂੰ ਇੱਕ ਸੁਚਾਰੂ ਲੀਡਰਸ਼ਿਪ ਦੇਣ ਵਸੇ ਔਰ ਦਿੱਲੀ ਦੀ ਰਾਜਨੀਤੀ ਦੇ ਵਿੱਚ ਆਪਣਾ ਪੂਰਾ ਦਬਦਬਾ ਰੱਖਣ ਵਸੇ ਜੋ ਸਾਰੇ ਸਹਿਯੋਗ ਨਾਲ ਸਾਰੇ ਇੱਥੇ ਪਹੁੰਚੇ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹਾਲਾਂਕਿ ਚੋਣਾਂ 'ਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਮੇਟੀ ਦੇ ਮੈਂਬਰਾਂ ਵਿਚਕਾਰ ਕਾਫੀ ਵਾਦ-ਵਿਵਾਦ ਹੋਇਆ, ਜਿਸ ਤੋਂ ਬਾਅਦ ਕਾਲਕਾ ਨੂੰ ਇਸ ਅਹੁਦੇ ਲਈ ਚੁਣਿਆ ਗਿਆ। ਪੈਦਾ ਹੋਏ ਹਾਲਾਤ ਦੇ ਨਾਲ ਨਿਪਟਣ ਲਈ ਅਰਧ ਸੈਨਿਕ ਬਲਾਂ ਤੱਕ ਨੂੰ ਵੀ ਬੁਲਾਉਣਾ ਪਿਆ। ਹਾਲਾਂਕਿ ਬਾਅਦ ਫਰਵਰੀ ਦੇ ਵਿੱਚ ਪ੍ਰਧਾਨਗੀ ਤੋਂ ਅਸਤੀਫੇ ਤੋਂ ਬਾਅਦ ਵੀ ਮਨਜਿੰਦਰ ਸਿਰਸਾ ਤੇ ਹਰਮੀਤ ਕਾਲਕਾ ਨੇ ਕਈ ਸਵਾਲ ਦਖਲ ਅੰਦਾਜ਼ੀ ਤੇ ਖੜੇ ਕੀਤੇ ਤੇ ਸਰਕਾਰਾਂ ਦੇ ਨਾਲ ਰਲ ਕੇ ਜ਼ੋਰ ਜ਼ਬਰਦਸਤੀ ਤੱਕ ਕਰਾਰ ਦੇ ਦਿੱਤਾ। ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੱਲ ਚਿੱਠੀ ਕੱਢੀ ਸੀ ਨਵੀਂ ਕਮੇਟੀ ਨੂੰ ਬੁਲਾਉਣ ਦੀ, ਜਿਹਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ। ਸਭ ਤੋਂ ਪਹਿਲਾਂ ਤੇ ਅਸੀਂ ਉਸ ਚਿੱਠੀ ਨੂੰ ਨਕਾਰਦੇ ਹੋਏ ਉਸ ਚਿੱਠੀ ਦੇ ਉੱਤੇ ਉਸ ਚਿੱਠੀ ਨੂੰ ਰੱਦ ਕਰਦੇ ਆ। ਜਦਕਿ ਮਨਜਿੰਦਰ ਸਿਰਸਾ ਨੇ ਕਮੇਟੀ ਨੂੰ ਐਕਟ ਦੇ ਦਾਇਰੇ ਦੇ ਨਾਲ ਚੱਲਣ ਦੇ ਤਰਕ ਦਿੱਤੇ। ਰੂਲ ਦੇ ਤਹਿਤ, ਐਕਟ ਦੇ ਪ੍ਰੋਵੀਜ਼ਨ ਤਹਿਤ ਜਦੋਂ ਤੱਕ ਜਰਨਲ ਹਾਊਸ ਕਿਸੇ ਨੂੰ ਪਾਵਰ ਨਹੀਂ ਦਿੰਦਾ ਜਾਂ ਜਿਹੜਾ ਆਦਮੀ ਪ੍ਰੈਜ਼ੀਡੈਂਟ ਬੈਠਾ ਹੈ ਆਫਿਸ ਵਿੱਚ ਬੈਠਾ ਉਹ ਆਪ ਆਪਣੀ ਕੁਰਸੀ ਨਹੀਂ ਛੱਡਦਾ, ਨਵਾਂ ਬੰਦਾ ਇਲੈਕਟ ਨਹੀਂ ਹੁੰਦਾ, ਉਦੋਂ ਤੱਕ ਕਿਸੇ ਨੂੰ ਵੀ ਕੋਈ ਪਾਵਰ ਨਹੀਂ ਦਿੱਤੀ ਜਾ ਸਕਦੀ।
ਉਸ ਵੇਲੇ ਤੋਂ ਦਸੰਬਰ 2022 ਤੱਕ ਬਹੁਤ ਵਾਰ ਅਜਿਹਾ ਹੋਇਆ ਜਦੋਂ ਡੀਐਸਜੀਐਮਸੀ ਪ੍ਰਧਾਨ ਤੇ ਬੀਜੇਪੀ ਦੇ ਨਾਲ ਰਲੇ ਹੋਣ ਦੇ ਇਲਜ਼ਾਮ ਲੱਗੇ ਤੇ ਤਾਜ਼ਾ ਵੀਰ ਬਾਲ ਦਿਵਸ ਨੂੰ ਲੈ ਕੇ ਵੀ ਐਸਜੀਪੀਸੀ ਨੇ ਵੀ ਦਿੱਲੀ ਕਮੇਟੀ ਪ੍ਰਧਾਨ ਨੂੰ ਬੀਜੇਪੀ ਦਾ ਮੋਹਰਾ ਦੱਸ ਦਿੱਤਾ। ਜਿਸ ਮਨਸ਼ਾ ਨੂੰ ਲੈ ਕੇ, ਜਿਨ੍ਹਾਂ ਦੀ ਯਾਦ ਨੂੰ ਲੈ ਕੇ ਤੁਸੀਂ ਜਿਹੜਾ ਦਿਨ ਮਨਾ ਰਹੇ ਹੋ ਤੇ ਉਹਨਾਂ ਦਾ ਨਾਮ ਲੈਣ ਵਿੱਚ ਕੀ ਇਤਰਾਜ਼ ਆ? ਜਿਹੜਾ ਧਰਮ ਦੇ ਨਾਲ ਸੰਬੰਧਿਤ ਆ, ਇਤਿਹਾਸ ਦੇ ਨਾਲ ਸੰਬੰਧਿਤ ਆ, ਉਹਨਾਂ ਦੇ ਨਾਮ ਜਿਹੜੇ ਆ ਉਸੇ ਤਰ੍ਹਾਂ ਹੀ ਲਏ ਜਾਣਗੇ। ਜੇ ਸਰਕਾਰ ਮੋਦੀ ਸਾਹਿਬ ਇਸ ਨੂੰ ਸਾਹਿਬਜ਼ਾਦਿਆਂ ਦੇ ਨਾਮ ਦੇ ਨਾਲ ਤੇ ਉਹਨਾਂ ਦੀ ਸ਼ਹਾਦਤ ਦੇ ਨਾਮ ਦੇ ਨਾਲ ਨਾਮ ਜੋੜ ਕੇ ਲਾ ਲੈਣ, ਤੇ ਮੈਂ ਸ਼੍ਰੋਮਣੀ ਕਮੇਟੀ ਦਾ ਇੱਕ ਸੇਵਾਦਾਰ ਹਾਂ, ਜਨਰਲ ਸਕੱਤਰ ਹਾਂ, ਮੈਂ ਸਭ ਤੋਂ ਪਹਿਲਾਂ ਮੋਦੀ ਸਾਹਿਬ ਦੇ ਘਰ ਜਾ ਕੇ ਇਸ ਗੱਲ ਦਾ ਧੰਨਵਾਦ ਕਰਾਂਗਾ। ਤੇ ਜੇ ਸਰਕਾਰ ਨੇ ਆਪਣਾ ਮਕਸਦ ਰੱਖਿਆ ਕਿ ਮੈਂ ਹਿੰਦੁਸਤਾਨ ਦੇ ਇੱਕ ਕੋਨੇ ਤੱਕ ਇਹ ਗੱਲ ਪਹੁੰਚਾਣੀ ਹੈ ਕਿ ਸਾਹਿਬਜ਼ਾਦਾ ਦੀ ਸ਼ਹਾਦਤ ਬਾਰੇ, ਤੇ ਉਹਨਾਂ ਦੇ ਨਾਮ ਆਪਣੇ ਹਿਸਾਬ ਦੇ ਨਾਲ ਰੱਖਣਾ ਹੈ ਜਿਹੜਾ ਪੂਰੀ ਦੁਨੀਆ ਤੱਕ ਇਹਨੂੰ ਪ੍ਰਚਲਿਤ ਹੋ ਸਕੇ। ਇਹ ਸੋਚ ਸਿਰਫ ਪੰਜਾਬ ਤੱਕ ਨਹੀਂ ਹੈ ਕਿ ਸਾਹਿਬਜ਼ਾਦਾ ਸ਼ਹਾਦਤ ਦਿਵਸ ਰੱਖਿਆ ਜਾਏ, ਇਹ ਸੋਚ ਵਰਲਡ ਵਾਈਡ ਜਾਣੀ ਹੈ ਕਿ ਇਹ ਕਿਹਨੂੰ ਸਮਰਪਿਤ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ। ਮਨਾਉਣ ਦੇ ਤਾਂ ਅਸੀਂ ਖਿਲਾਫ ਹੀ ਨਹੀਂ, ਅਸੀਂ ਕਿਉਂ ਖਿਲਾਫ ਹੋਵਾਂਗੇ ਮਨਾਉਣ ਦੇ। ਪਰ ਸਾਡਾ ਸਭ ਤੋਂ ਵੱਡਾ ਇਤਰਾਜ਼ ਇਹ ਆ ਤੇ ਜਿਹੜੀਆਂ ਸਾਡੀਆਂ ਆਪਣੀਆਂ ਪਰੰਪਰਾਵਾਂ ਤੇ ਧਰਤੀਆਂ ਉਹਦੇ ਬਾਰੇ ਕੋਈ ਵੀ ਨਾਂ ਰੱਖਣਾ ਕਰਨਾ ਉਹ ਤਾਂ ਸਾਡੇ ਆਪਣੇ ਅਧਿਕਾਰ 'ਚ ਆ, ਕਿਉਂਕਿ ਸਾਹਿਬਜ਼ਾਦਿਆਂ ਨੂੰ ਕਦੇ ਵੀ ਬਾਲ ਨਹੀਂ ਕਿਹਾ ਜਾ ਸਕਦਾ। ਸਿੱਖ ਸਿਆਸਤ ਹਾਲਾਂਕਿ ਨਵੀਂ ਨਹੀਂ, 2014 ਚ ਐਸਜੀਪੀਸੀ ਤੇ ਹਰਿਆਣਾ ਕਮੇਟੀ ਦੇ ਵਿੱਚ ਹੋਏ ਟਕਰਾਅ ਦੀ ਇੱਕ ਵੱਡੀ ਉਦਾਹਰਣ ਹੈ। ਤਾਂ ਖੁਦ ਮੁਖਤਿਆਰ ਸੰਸਥਾ ਦੇ ਲਈ ਹਰਿਆਣਾ ਕਮੇਟੀ 7 ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਹੀ ਸੀ। ਹਰਿਆਣਾ ਦੇ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਜਾਂ ਕਹਿ ਲਈਏ ਖੁਦ ਮੁਖਤਿਆਰੀ ਦੇ ਲਈ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਝਿੰਡਾ ਤੇ ਹੋਰ 2014 ਤੋਂ ਸਿੱਧੀ ਤੇ ਕਾਨੂੰਨੀ ਲੜਾਈ ਲੜ ਰਹੇ ਸਨ। ਤਾਂ ਹਰਿਆਣਾ ਦੇ ਸਿੱਖਾਂ ਦੇ ਲਈ ਵੀ ਸਾਲ 2022 ਇਤਿਹਾਸਕ ਸੀ। ਸੁਪਰੀਮ ਕੋਰਟ ਦਾ ਫੈਸਲਾ ਆਇਆ ਦਿਨ 20 ਸਤੰਬਰ। ਫੈਸਲਾ ਹਰਿਆਣਾ ਕਮੇਟੀ ਦੇ ਹੱਕ ਵਿੱਚ। ਹਰਿਆਣਾ ਕਮੇਟੀ ਨੂੰ ਕਾਨੂੰਨੀ ਮਾਨਤਾ ਮਿਲੀ। ਸ਼੍ਰੋਮਣੀ ਕਮੇਟੀ ਦੇ ਵੱਲੋਂ ਪਾਈ ਪਟੀਸ਼ਨ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ। ਐਸਜੀਪੀਸੀ ਨੇ ਹਰਿਆਣਾ ਕਮੇਟੀ ਦੀ ਵੱਖਰੀ ਹੋਣ ਦੇ ਖਿਲਾਫ ਇਹ ਪਟੀਸ਼ਨ ਪਾਈ ਸੀ। ਹਮੇਸ਼ਾ ਤੋਂ ਐਸਜੀਪੀਸੀ ਦਾ ਕਹਿਣਾ ਰਿਹਾ ਹੈ ਕਿ ਜੇਕਰ ਹਰਿਆਣਾ ਵੱਖਰੇ ਤੌਰ ਤੇ ਕਮੇਟੀ ਬਣਾਏਗੀ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਵੰਡਣ ਵਾਲਾ ਫੈਸਲਾ ਹੈ। ਵੱਡੇ ਪੱਧਰ ਤੇ ਪ੍ਰਦਰਸ਼ਨਾਂ ਤੋਂ ਲੈ ਕੇ ਦੇਸ਼ ਦੀ ਸਰਵਉੱਚ ਅਦਾਲਤ ਦਾ ਰੁਖ ਕੀਤਾ ਗਿਆ ਤੇ ਫੈਸਲਾ ਹਰਿਆਣਾ ਕਮੇਟੀ ਦੇ ਹੱਕ 'ਚ ਆਇਆ ਤਾਂ ਉਸ ਵੇਲੇ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਜਗਦੀਸ਼ ਝਿੰਡਾ ਨੇ ਸਵਾਗਤ ਕੀਤਾ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕ, ਲੱਖ ਲੱਖ ਵਧਾਈ ਦਿੰਦਿਆਂ ਹੋਇਆਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਮਿਲੀ ਹੈ। ਹਰਿਆਣਾ ਦੀਆਂ ਸੰਗਤਾਂ ਨੂੰ ਆਪਣੇ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਹੱਕ ਮਿਲਿਆ। ਸਾਰੀਆਂ ਸੰਗਤਾਂ 'ਚ ਬੜੀ ਖੁਸ਼ੀ ਦੀ ਲਹਿਰ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ ਹੈ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਫੈਸਲੇ ਤੋਂ ਬਾਅਦ ਕਿਹਾ ਕਿ ਇਸ ਫੈਸਲੇ ਨੂੰ ਲੈ ਕੇ ਸਿੱਖਾਂ ਦੇ ਵਿੱਚ ਰੋਸ ਹੈ। ਕੋਈ ਅਧਿਕਾਰ ਨਹੀਂ ਸੀ। ਤੁਸੀਂ ਆਮ ਸਿੱਖ ਸੰਗਤ ਨੇ ਹਰਿਆਣੇ 'ਚ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜੀ ਹੁਣ ਕਮੇਟੀ ਅਲੱਗ ਮੰਗ ਰਹੀ ਹੈ, ਉਹਨਾਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਤੇ ਇਧਰਲੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਖੜੇ ਕੀਤੇ। ਇੱਕ ਸੋਚ ਲੈ ਕੇ ਕਿ ਅਸੀਂ ਕਿਹਾ ਕਿ ਉਧਰਲੇ ਪਾਸੇ ਲੋਕੀ ਅਲੱਗ ਚਾਹੁੰਦੇ ਕਮੇਟੀ ਹਰਿਆਣੇ ਦੀ, ਅਸੀਂ ਚਾਹੁੰਦੇ ਇਕੱਠੇ। ਹਰਿਆਣੇ ਦੀ ਸੰਗਤ ਫੈਸਲਾ ਕਰੇ। ਹਰਿਆਣੇ ਦੀ ਸੰਗਤ ਨੇ ਫਤਵਾ ਦਿੱਤਾ। 11 ਤੇ 11 ਮੈਂਬਰ ਸ਼੍ਰੋਮਣੀ ਅਕਾਲੀ ਦਲ ਜਿੱਤੇ, ਜਿਹੜੇ ਤੋੜਨਾ ਚਾਹੁੰਦੇ ਸੀ ਉਹਨਾਂ ਦੇ ਇੱਕ ਨਹੀਂ ਜਿੱਤਿਆ ਹਰਿਆਣੇ ਵਿੱਚ। ਸੋ ਅਦਰ ਲੋਕਾਂ ਦੀ ਫਤਵਾ ਹੈ। ਪਰ ਵਿਵਾਦ ਇੱਥੇ ਨਹੀਂ ਰੁਕਿਆ। ਹਰਿਆਣਾ ਕਮੇਟੀ ਦੇ ਦੋ ਵੱਡੇ ਅਹੁਦੇਦਾਰਾਂ ਦੀ ਵੀ ਟਸਲ ਖੁੱਲ ਕੇ ਸਾਹਮਣੇ ਆਈ। ਬਲਜੀਤ ਸਿੰਘ ਦਾਦੂਵਾਲ ਤੇ ਜਗਦੀਸ਼ ਝਿੰਡਾ ਨੇ ਪ੍ਰਧਾਨਗੀ ਤੇ ਹੱਕ ਜਮਾਇਆ, ਜਿਸ ਤੋਂ ਬਾਅਦ ਪੁਰਾਣੀ ਕਮੇਟੀ ਰੱਦ ਕਰ ਸਰਕਾਰ ਦੀ ਨਿਗਰਾਨੀ ਹੇਠ ਨਵੀਂ ਐਡ ਹੌਕ ਕਮੇਟੀ ਬਣਾਈ ਗਈ, ਜਿਸ ਦੇ ਵਿੱਚ ਸਿਰਫ 7 ਮੈਂਬਰ ਹੀ ਪੁਰਾਣੀ ਕਮੇਟੀ ਦੇ ਰੱਖੇ ਗਏ। ਬਹੁਤ ਸਾਰੇ ਮਸਲੇ ਆ, ਪਰ ਸਾਡੀ ਗੁਰਦੁਆਰਾ ਪ੍ਰਬੰਧਾਂ ਦੀ ਸੇਵਾ ਆ ਤੇ ਇਹਨਾਂ ਗੁਰਦੁਆਰਾਂ ਦੇ ਪ੍ਰਬੰਧ ਨੂੰ ਸੁਚੱਜਾ ਕਰਾਂਗੇ ਜੋ ਪਹਿਲਾਂ ਨਹੀਂ ਹੋ ਸਕਿਆ। ਹੁਣ ਹਰਿਆਣਾ ਕਮੇਟੀ ਨੂੰ ਜ਼ਿੰਮੇਵਾਰੀ ਮਿਲੀ ਹੈ। ਸਾਡੇ ਕੋਲੇ ਛੋਟਾ ਜਿਹਾ ਪ੍ਰਬੰਧ ਸੀ, ਅਸੀਂ ਉਹਨਾਂ ਨੂੰ ਸੁਚੱਜਾ ਕੀਤਾ। ਧਰਮ ਪ੍ਰਚਾਰ ਕਰਨਾ, ਫਿਰ ਗੁਰਮਤਿ ਵਿਦਿਆਲਾ, ਚੰਗੇ ਗ੍ਰੰਥੀ ਸਿੰਘ, ਚੰਗੇ ਕਥਾਵਾਚਕ, ਚੰਗੇ ਕੀਰਤਨੀਏ ਪੈਦਾ ਕਰਨੇ ਔਰ ਮੈਡੀਕਲ ਤੇ ਐਜੂਕੇਸ਼ਨ ਦੀ ਸੇਵਾ ਤੇ ਗੁਰੂ ਘਰਾਂ ਦੇ ਪ੍ਰਬੰਧ ਦਾ ਸੁਧਾਰ, ਇਹ ਸਾਡੇ ਜਿਹੜੀ ਆ ਪ੍ਰਾਥਮਿਕਤਾ ਰਹੇਗੀ। ਇਹ ਸਾਰੀ
ਤੇ ਬਲਜੀਤ ਸਿੰਘ ਦਾਦੂਵਾਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ, ਜਦਕਿ ਜਗਦੀਸ਼ ਝਿੰਡਾ ਉਸ ਤੋਂ ਪਹਿਲਾਂ ਹੀ ਐਡ ਹਾਕ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਸਨ ਤੇ ਉਦੋਂ ਤੱਕ ਝਿੰਡਾ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਸੀ। ਹਰਿਆਣਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ 41 ਮੈਂਬਰੀ ਨਵੀਂ ਕਮੇਟੀ ਹਰਿਆਣੇ ਦੀ ਗਠਿਤ ਕਰਨੀ ਹੈ, ਉਸ ਵਿੱਚ ਬਲਜੀਤ ਸਿੰਘ ਦਾਦੂਵਾਲ ਅਤੇ ਸਵਰਨ ਸਿੰਘ ਰਤੀਆ ਨੂੰ ਮੈਂਬਰ ਨਾ ਲਿਆ ਜਾਏ। ਤੇ ਹੁਣ ਵੇਲਾ ਸੀ ਚੋਣਾਂ ਦਾ। ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ 'ਚ ਨਵੀਂ ਐਡ ਹਾਕ ਕਮੇਟੀ ਦਾ ਪਹਿਲਾ ਇਜਲਾਸ ਸੱਦਿਆ ਗਿਆ। ਜਗਦੀਸ਼ ਝਿੰਡਾ ਤੋਂ ਇਲਾਵਾ ਸਾਰੇ ਮੈਂਬਰ ਪਹੁੰਚੇ ਤੇ ਹਰਿਆਣਾ ਕਮੇਟੀ ਦੇ ਪ੍ਰਧਾਨ ਦੇ ਨਾਂ ਦਾ ਐਲਾਨ ਹੋਇਆ। ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ, ਪਰ ਇਸ ਦੌਰਾਨ ਬਲਜੀਤ ਦਾਦੂਵਾਲ ਇਜਲਾਸ ਛੱਡ ਕੇ ਬਾਹਰ ਆ ਗਏ ਤੇ ਕਿਹਾ ਕਿ ਮਹੰਤ ਕਰਮਜੀਤ ਸਿੰਘ ਦਾ ਹਰਿਆਣਾ ਕਮੇਟੀ ਤੇ ਸਿੱਖਾਂ ਲਈ ਕੋਈ ਯੋਗਦਾਨ ਨਹੀਂ ਹੈ। ਹਾਲਾਂਕਿ ਉਹਨਾਂ ਪਹਿਲਾਂ ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਕਿਹਾ ਸੀ ਕਿ ਜੇਕਰ ਉਹ ਪ੍ਰਧਾਨ ਨਾ ਵੀ ਬਣਨ ਤਾਂ ਹੋਰ ਸੇਵਾ ਮਨਜ਼ੂਰ ਹੋਵੇਗੀ। मैं इस चीज़ से सहमत नहीं हूँ। मैं सारे मेंबरों को बधाई देता हूँ, उनको भी बधाई देता हूँ कि वो हरियाणा से गुरुद्वारा प्रबंधक कमेटी के लिए काम करें। ਤੇ ਸਭ ਦੇ ਵਿਚਾਲੇ ਐਸਜੀਪੀਸੀ ਦੇ ਅਹੁਦੇਦਾਰ ਵੀ ਖੁੱਲ੍ਹ ਕੇ ਸਾਹਮਣੇ ਆਏ ਤੇ ਕਿਹਾ ਕਿ ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਸਿੱਖ ਸੰਸਥਾਵਾਂ 'ਚ ਸਰਕਾਰ ਦੀ ਦਖਲਅੰਦਾਜ਼ੀ ਵੱਧ ਰਹੀ ਹੈ। ਸਿੱਖ ਸਿਆਸਤ ਹੋਵੇ ਤੇ ਐਸਜੀਪੀਸੀ ਦੀ ਗੱਲ ਨਾ ਹੋਏ, ਇਹ ਤਾਂ ਨਹੀਂ ਹੋ ਸਕਦਾ। 2022 ਐਸਜੀਪੀਸੀ ਪ੍ਰਧਾਨ ਦੀ ਚੋਣਾਂ ਦਾ ਵੇਲਾ ਸੀ ਤਾਂ ਇਸ ਵਾਰ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ। मैं इस करके करना चाहती है कि मेरे मन से एक शौक है कि मैं गुरु घर दे विच सेवा करके अपना जीवन सफला करा। दरअसल 9 नवंबर ਦਾ ਦਿਨ ਐਸਜੀਪੀਸੀ ਪ੍ਰਧਾਨ ਦੀਆਂ ਚੋਣਾਂ ਲਈ ਤੈਅ ਹੋਇਆ ਤਾਂ ਸਭ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਕਈ ਕਾਰਨ ਸਾਹਮਣੇ ਰੱਖ ਕੇ ਚੋਣਾਂ ਅੱਗੇ ਪਾਉਣ ਦੀ ਮੰਗ ਕੀਤੀ ਤੇ ਸਾਫ਼ ਕਰ ਦਿੱਤਾ ਕਿ ਮੈਂ ਚੋਣ ਲੜਾਂਗੀ ਭਾਵੇਂ ਮੈਨੂੰ ਪਾਰਟੀ ਉਮੀਦਵਾਰ ਐਲਾਨੇ ਜਾਂ ਨਾ। ਸ਼ੁਰੂਆਤ ਦੇ ਵਿੱਚ ਇਥੋਂ ਅੰਦਾਜ਼ਾ ਹੋ ਗਿਆ ਕਿ ਪਹਿਲਾਂ 4 ਵਾਰ ਐਸਜੀਪੀਸੀ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਦਾ ਫੈਸਲਾ ਅਟਲ ਰਹਿ ਸਕਦਾ ਹੈ, ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਲੈ ਕੇ ਹੋਰ ਸੀਨੀਅਰ ਲੀਡਰਾਂ ਨੇ ਬੀਬੀ ਜਗੀਰ ਕੌਰ ਨੂੰ ਚੋਣ ਨਾ ਲੜਨ ਦੀ ਅਪੀਲ ਕੀਤੀ ਤੇ ਕਿਹਾ ਕਿ ਇਸ ਵਾਰ ਮੌਜੂਦਾ ਪ੍ਰਧਾਨ ਹਰਜਿੰਦਰ ਧਾਮੀ ਦਾ ਸਮਰਥਨ ਕਰਨ। ਦੇਖੋ, ਹਰ ਬੰਦਾ ਜਦੋਂ ਮੈਦਾਨ ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ ਤੇ ਬੇਸਿਕਲੀ ਮੈਂ ਹੀ ਕਹਿਣਾ ਚਾਹਣਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦਾ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇੰਨਾ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਤੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕਿਉਂਕਿ ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਇਥੋਂ ਤੱਕ ਕਿ ਦਲਜੀਤ ਚੀਮਾ ਨੇ ਤਾਂ ਮੁਲਾਕਾਤ ਕਰ ਵੀ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਨਾ ਤਾਂ ਚੋਣ ਯਾਨੀ ਇਜਲਾਸ ਦੀ ਤਾਰੀਖ ਬਦਲੀ ਤੇ ਨਾ ਬੀਬੀ ਜਗੀਰ ਕੌਰ ਦਾ ਇਰਾਦਾ। ਜੇ ਮੈਂ ਅੱਜ ਜਦੋਂ ਮੈਨੂੰ ਸਸਪੈਂਡ ਕੀਤਾ, ਜੇ ਅੱਜ ਮੈਂ ਪਾਰਟੀ ਦੇ ਖਿਲਾਫ ਨਹੀਂ ਬੋਲ ਸਕਦੀ, ਅੱਜ ਮੈਂ ਪ੍ਰਧਾਨ ਸਾਹਿਬ ਦੇ ਖਿਲਾਫ ਨਹੀਂ ਬੋਲ ਸਕਦੀ, ਅੱਜ ਮੈਂ ਕਿਸੇ ਲੀਡਰ ਦੇ ਖਿਲਾਫ ਨਹੀਂ ਬੋਲ ਸਕਦੀ, ਤੁਸੀਂ ਇਹ ਦੱਸੋ ਜਦੋਂ ਮੈਂ ਪਾਰਟੀ ਦੇ ਵਿੱਚ ਸੀ ਉਦੋਂ ਮੈਂ ਕਿੱਦਾਂ ਬੋਲ ਸਕਦੀ? ਮਸਲਾ ਬਸ ਇੰਨਾ ਨਹੀਂ ਸੀ ਕਿ ਬੀਬੀ ਜਗੀਰ ਕੌਰ ਨੇ ਬਗਾਵਤ ਕੀਤੀ, ਬਲਕਿ ਬੀਬੀ ਤੇ ਬੀਜੇਪੀ ਦੀਆਂ ਗੱਲਾਂ ਦੇ ਵਿੱਚ ਆਉਣ ਤੇ ਉਹਨਾਂ ਦੀ ਬੋਲੀ ਬੋਲਣ ਦੇ ਇਲਜ਼ਾਮ ਲੱਗੇ। ਪਾਰਟੀ ਨੇ ਬੀਬੀ ਨੂੰ 2 ਵਾਰ ਅਨੁਸ਼ਾਸਨੀ ਕਮੇਟੀ ਦੇ ਅੱਗੇ ਸੱਦਿਆ, ਪਰ ਬੀਬੀ ਜਗੀਰ ਕੌਰ ਨੇ ਉਲਟਾ ਸਵਾਲਾਂ ਭਰੀ ਚਿੱਠੀ ਪਾਰਟੀ ਨੂੰ ਹੀ ਦੇ ਦਿੱਤੀ ਤਾਂ ਅਖੀਰ ਅਨੁਸ਼ਾਸਨੀ ਕਮੇਟੀ ਨੇ ਫੈਸਲਾ ਕਰ ਬੀਬੀ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ। ਬੀਬੀ ਜਗੀਰ ਕੌਰ ਜੀ ਨੂੰ ਤੁਰਤ ਪ੍ਰਭਾਵ ਦੇ ਨਾਲ ਪਾਰਟੀ ਦੇ ਵਿੱਚੋਂ ਮੁਅੱਤਲ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ 48 ਘੰਟਿਆਂ ਦਾ ਨੋਟਿਸ ਦਿੱਤਾ ਜਾਂਦਾ ਹੈ। 48 ਘੰਟਿਆਂ ਦੇ ਵਿੱਚੋਂ ਆਪਣੀਆਂ ਸਾਰੀਆਂ ਸਰਗਰਮੀਆਂ ਬੰਦ ਕਰੇ। 14-15 ਨਵੰਬਰ ਇਸ ਦੌਰਾਨ ਸਿਰਫ ਬੀਬੀ ਜਗੀਰ ਕੌਰ ਇਕੱਲੇ ਨਹੀਂ ਸਨ, ਬਲਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਬੀਬੀ ਦੇ ਹੱਕ ਦੇ ਵਿੱਚ ਖੜੇ ਹੋਏ। ਅਗਰ ਬੀਬੀ ਲੜਦੀ ਹੈ ਤੇ ਓਪਨਲੀ ਲੜਦੀ ਹੈ, ਜੋ ਅੱਜ ਲੱਗਦਾ ਨਜ਼ਰ, ਤੇ ਸਾਡਾ ਉਹਨਾਂ ਨਾਲ ਹੋਏਗਾ। ਇਸ ਫੈਸਲੇ ਤੋਂ ਬਾਅਦ ਵੀ ਬੀਬੀ ਦਾ ਫੈਸਲਾ ਅਟਲ ਸੀ ਤਾਂ ਹੁਣ ਤੱਕ ਬੀਬੀ ਜਗੀਰ ਕੌਰ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕਰ ਚੁੱਕੇ ਸਨ ਤੇ ਪੂਰੀ ਸਰਗਰਮੀ ਸੀ। ਪਾਰਟੀ ਦੇ ਵੈਸੇ ਪਹਿਲਾਂ ਹੀ ਭੰਗ ਹੈ ਤੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਵੈਸੇ ਕੱਢਿਆ ਹੋਵੇ ਤਾਂ ਮੈਨੂੰ ਕਿੱਥੋਂ ਕੱਢਣਗੇ। ਦਿਨ ਆਇਆ 9 ਨਵੰਬਰ ਐਸਜੀਪੀਸੀ ਪ੍ਰਧਾਨ ਦੀ ਚੋਣ ਦਾ। ਪੂਰਾ ਗਹਿਮਾ ਗਹਿਮੀ ਦੇ ਵਿਚਾਲੇ ਬੀਬੀ ਨੇ ਦਾਅਵਾ ਕੀਤਾ ਫੈਸਲਾ ਹੱਕ 'ਚ ਹੋਊ।
ਜਦਕਿ ਉੱਥੇ ਪਹੁੰਚੇ ਇੱਕ ਦੋ ਨੂੰ ਛੱਡ ਕੇ ਕੋਈ ਹੋਰ ਮੈਂਬਰ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਸੀ। ਮੈਂ ਕਿਸੇ ਨੂੰ ਪ੍ਰੈਸ਼ਰ ਨਹੀਂ ਪਾਇਆ, ਮੈਂ ਕਿਸੇ ਨੂੰ ਧੱਕਾ ਨਹੀਂ ਕੀਤਾ, ਮੈਂ ਕਿਸੇ ਨੂੰ ਡਰਾਇਆ ਨਹੀਂ। ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਭਨਾਂ ਨੂੰ ਤਾਕਤ ਬਖਸ਼ੀ ਕਿ ਉਹ ਬਿਲਕੁਲ ਨਿਸ਼ਕਾਮ ਸੇਵਕ ਬਣ ਕੇ ਆਪਣੀ ਸਿੱਖ ਸੰਸਥਾ ਦੇ ਫੈਸਲੇ। ਨਤੀਜਿਆਂ 'ਚ ਹਰਜਿੰਦਰ ਧਾਮੀ ਦੇ ਨਾਂ ਤੇ ਮੋਹਰ ਲੱਗੀ ਤੇ ਨਵੇਂ ਪ੍ਰਧਾਨ ਬਣੇ। ਅੱਜ ਜਿਹੜੀ ਚੁਣੌਤੀ ਸੀ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ, ਆ ਬਹੁਤ ਸਾਰੇ ਮੈਂਬਰ ਸਾਹਿਬਾਨ ਮੇਰੇ ਦੁਆਲੇ ਬੈਠੇ ਆ, ਕੱਲੇ ਨੂੰ ਟੈਲੀਫੋਨ ਵੀ ਤੁਹਾਡਾ ਦੱਸੋ ਕੀ ਇੰਤਜ਼ਾਮ ਕਰਦੇ ਆ। ਇਹ ਮੈਂ ਸਮਝਦਾ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ, ਜਿਹਦਾ ਅੱਜ ਮੂੰਹ ਤੋੜਵਾਂ ਜਵਾਬ ਜਿਹੜਾ ਆ ਉਹ ਅੱਜ ਦਿੱਤਾ ਗਿਆ। ਹਾਲਾਂਕਿ ਸਭ ਤੋਂ ਬਾਅਦ ਬੀਬੀ ਜਗੀਰ ਕੌਰ ਹੱਕ 'ਚ ਪੁਗਤਾਈ ਮੈਂਬਰਾਂ ਦੀਆਂ ਵੋਟਾਂ ਤੇ ਖੁਸ਼ੀ ਤੇ ਤਸੱਲੀ ਪ੍ਰਗਟਾਉਂਦੇ ਨਜ਼ਰ ਆਏ। मैं जितनी है पहले लिफाफा खिलाया, फिर चोन कराई और डट के कह के आई है कि जेडे खालसा साहब दे गदार बख्शे नहीं जाएंगे, दोबारा चोन होएगी, फिर सही मनुख इत्थे आउणगे। मैं ना कदी गिनिया सी, ना मैं किसी दे घर गई सी बहुता, ना मैं थ्रेट दिता, ना कोई प्रेशर पाया। खालसे परख दे अगर मैं ऐसी कीती सी भी जिन्ने भी वोटा पा सकते, पर यह नहीं सी किया कि जे बीबी नूं सत श्री अकाल बुलाओगे तुहाडा साडा कोई साथ नहीं, ऐदा थ्रेट दिता इन्होंने। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸੰਸਕਾਰ ਮੌਕੇ ਬੀਬੀ ਜਗੀਰ ਕੌਰ ਪਹੁੰਚੇ, ਜਿੱਥੇ ਹੋਰ ਅਕਾਲੀ ਆਗੂਆਂ ਦੇ ਨਾਲ ਉਹਨਾਂ ਦਾ ਟਾਕਰਾ ਹੋਇਆ। ਇਹ ਸਭ ਤੋਂ ਸਾਫ਼ ਹੈ ਕਿ ਐਸਜੀਪੀਸੀ ਸੰਸਥਾ 'ਚ ਵੀ ਦੋ ਧੜੇ 2022 'ਚ ਬਣ ਗਏ, ਜਿਨ੍ਹਾਂ ਦਾ ਭਵਿੱਖ ਹੁਣ ਨਵੇਂ ਸਾਲ ਜਾਂ ਬਾਅਦ ਦੇ ਸਮੇਂ ਦੀ ਬੁੱਕਲ ਦੇ ਵਿੱਚ ਹੈ। ਇਸ ਸਭ ਵਿਚਕਾਰ ਇੱਕ ਹੋਰ ਮਸਲਾ 2022 ਚ ਭਾਰੂ ਰਿਹਾ, ਜਿਸ ਦੀ ਗੂੰਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਪਟਨਾ ਸਾਹਿਬ ਤੱਕ ਸੀ। ਸਤੰਬਰ 2019 ਚ ਪਟਨਾ ਸਾਹਿਬ ਦੇ ਨਿਯੁਕਤ ਜਥੇਦਾਰ ਗੋਹਰੇ ਮਸਕੀਨ ਰਣਜੀਤ ਸਿੰਘ ਤੇ ਹੇਰਾਫੇਰੀ ਦੇ ਇਲਜ਼ਾਮ ਲੱਗੇ। ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਰਣਜੀਤ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਸੇਵਾਵਾਂ ਤੋਂ ਹਟਾਇਆ ਸੀ ਤੇ ਕਮੇਟੀ ਦੇ ਗਠਨ ਬਾਰੇ ਜਾਣਕਾਰੀ ਦਿੱਤੀ। ਹਿੱਤ ਦੇ ਵੱਲੋਂ ਚਿੱਠੀ ਲਿਖੀ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮਰਿਆਦਾ ਭੰਗ ਕਰਨ ਤੇ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜ਼ਿਕਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗੌਹਰ ਤੇ ਇੱਕ ਸਿੱਖ ਸ਼ਰਧਾਲੂ ਵੱਲੋਂ ਪਟਨਾ ਸਾਹਿਬ ਲਈ ਦਿੱਤੀ ਗਈ ਭੇਟਾ ਰਾਸ਼ੀ ਨੂੰ ਗੁਰਦੁਆਰੇ ਜਮ੍ਹਾਂ ਨਾ ਕਰਾਏ ਜਾਣ ਦੇ ਇਲਜ਼ਾਮ ਨੇ। ਇਸ ਸਾਰੇ ਮਸਲੇ ਦੀ ਜਾਂਚ ਲਈ ਇੱਕ 5 ਮੈਂਬਰੀ ਕਮੇਟੀ ਦਾ ਗਠਨ ਹੋਇਆ, ਜਿਸ ਨੂੰ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਵੱਲੋਂ ਜਲਦ ਹੀ ਰਿਪੋर्ट पेश करने की हिदायत दी गई। इल्जाम किसी पर भी कोई लगा सकता है, पर वो उन इल्जामों को साबित भी कोई करे, ये इनकी पहले की साजिश है। कोई इसमें कल जो डॉक्टर समरा इनके घर गया है तो हो सकता है कोई डील हुई हो। वैसे भी ये कहते ही रहते हैं भाई मुझे इतना पैसा दो, इतना पैसा दो, कभी कितना, मैं पैसे दे नहीं सकता। एक दिन तो यहाँ मेरी तनख्वाह के पैसे पड़े हुए थे सामने, कुछ और पैसे थे मेरे पास, वो लेकर चले गए, बोला कि मैंने रिवॉल्वर लेना है, मुझे पैसे चाहिए। हालांकि रणजीत सिंह गौहरे मस्कीन भ्रष्टाचार ਦੇ ਇਹਨਾਂ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੰਦੇ ਆ ਰਹੇ ਨੇ। ਇਸ ਤੋਂ ਪਹਿਲਾਂ ਕਮੇਟੀ ਦੇ ਮੈਂਬਰਾਂ ਬਾਰੇ ਸੁਣਵਾਈ ਕਰਦਿਆਂ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਉੱਤੇ ਤਨਖਾਹਾਂ ਲਾਈਆਂ। ਇਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਗੁਰਦੁਆਰਿਆਂ ਦੀ ਕਮੇਟੀਆਂ ਦੇ ਵਿੱਚ ਅਹੁਦੇਦਾਰੀਆਂ ਦੀਆਂ ਲੜਾਈਆਂ ਉੱਤੇ ਮੁੜ ਅਫਸੋਸ ਜ਼ਾਹਿਰ ਕੀਤਾ। ਉਹਨਾਂ ਕਿਹਾ ਕਿ ਇਹ ਤਾਂ ਹੋਰ ਵੀ ਮੰਦਭਾਗਾ ਹੈ ਕਿ ਅਜਿਹਾ ਮਾਮਲਾ ਹੁਣ ਤਖਤ ਸਾਹਿਬ ਪਹੁੰਚ ਗਿਆ। ਸਾਰੇ ਹੀ ਬੋਰਡ ਦੇ ਮੈਂਬਰਾਂ ਨੂੰ ਇਹ ਆਦੇਸ਼ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਉਪਰੰਤ 15 ਜਨਵਰੀ ਤੋਂ ਪਹਿਲੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿਧਾਨ ਦੇ ਮੁਤਾਬਕ ਤੁਸੀਂ ਆਪਣੀ ਚੋਣ ਜਿਹੜੀ ਹੈ ਉਹ ਕਰਵਾਓਗੇ। ਮਹਿੰਦਰ ਸਿੰਘ ਨੇ ਗੈਰ ਵਿਧਾਨਕ ਤਰੀਕੇ ਦੇ ਨਾਲ ਕਮੇਟੀ ਬਣਾਈ, ਇੱਕ ਤਨਖਾਹੀਏ ਨੂੰ ਮੈਂਬਰ ਸ਼ਾਮਲ ਕਰਕੇ ਇਸ ਲਈ ਗੁਰਪੁਰਬ ਤੱਕ ਜਿਹੜੀ ਪਹਿਲੀ ਕਮੇਟੀ ਚੱਲੀ ਆ ਰਹੀ ਹੈ, ਜਿਹੜੇ ਵੀ ਉਹਦੇ ਅਹੁਦੇਦਾਰ ਹੈ ਉਹ ਕਾਰਜਸ਼ੀਲ ਰਹਿਣਗੇ। ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਇਸ ਮੀਟਿੰਗ ਦੇ ਵਿੱਚ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੋਂ ਬਾਅਦ ਤੇ 15 ਜਨਵਰੀ ਤੋਂ ਪਹਿਲੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਵਿਧਾਨ ਮੁਤਾਬਿਕ ਚੋਣ ਕਰਵਾਈ ਜਾਵੇਗੀ।
ਸਿੱਖ ਸੰਗਤਾਂ ਨਾਲ ਜੁੜਿਆ 2022 ਚ ਵੀ ਇੱਕ ਮੁੱਦਾ ਭਾਰੂ ਰਿਹਾ ਤੇ ਇੰਤਜ਼ਾਰ ਸੀ ਬਸ ਇਨਸਾਫ ਦਾ। ਗੱਲ ਕਰਾਂਗੇ ਬੇਅਦਬੀ ਤੇ ਗੋਲੀकांड ਮਾਮਲਿਆਂ ਦੀ। ਕੋਟਕਪੂਰਾ ਦਾ ਉਹ ਚੌਕ ਜਿੱਥੇ ਸਿੱਖ ਸੰਗਤਾਂ ਤੇ ਗੋਲੀ ਚੱਲੀ, ਅੱਜ ਵੀ ਉੱਥੇ ਸੰਗਤ ਬੈਠੀ ਹੈ ਤੇ ਸਾਰਾ ਸਾਲ 2022 ਇਸੇ ਤਰ੍ਹਾਂ ਬੈਠੀ ਰਹੀ। ਗਰਮੀ ਸੀ ਜਾਂ ਠੰਡ ਦਾ ਮੌਸਮ, ਇਸੇ ਤਰ੍ਹਾਂ ਸੰਗਤਾਂ ਮੌਜੂਦ ਸਨ। ਸਮੇਂ-ਸਮੇਂ ਤੇ ਇਕੱਠ ਦਾ ਹੋਕਾ ਦਿੱਤਾ ਗਿਆ ਤੇ ਸੰਗਤਾਂ ਪਹਿਲਾਂ ਨਾਲੋਂ ਜ਼ਿਆਦਾ ਇਕੱਠ 'ਚ ਪਹੁੰਚਦੀਆਂ ਸਨ। ਮੋਰਚੇ ਦੇ ਰਿਲੇਟਡ ਜਾਂ ਕਿਸੇ ਵੀ ਦੋਸ਼ੀਆਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਤਾਂ ਜਿਹੜਾ ਆਪਾਂ ਅੱਜ ਇਕੱਠ ਸੱਦਿਆ ਸੀ ਪੂਰਾ 1 ਸਾਲ ਹੋਣ ਤੇ, ਮੋਰਚਾ ਚੱਲਦੇ 1 ਸਾਲ ਹੋ ਗਿਆ ਸੀ। 1 ਸਾਲ ਤੇ ਜਿਹੜਾ ਇਕੱਠ ਸੱਦਿਆ ਸੀ ਉਸ ਸੰਗਤਾਂ ਨੇ, ਕਿਉਂਕਿ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਸੰਗਤ ਰੂਪੀ ਮੋਰਚਾ ਤੇ ਸੰਗਤਾਂ ਦੇ ਫੈਸਲੇ ਲਾਗੂ ਹੋਣਗੇ। ਇਹ ਪੱਕੇ ਤੌਰ ਤੇ ਜਾਵਾਂ ਜਿੰਨਾ ਸਮਾਂ ਇੱਥੋਂ ਮੋਰਚੇ ਦੀਆਂ ਮੰਗਾਂ ਜਿਹੜੀਆਂ ਉਹ ਸਰਕਾਰ ਵੱਲੋਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਇੱਕ ਅਜਿਹਾ ਮਸਲਾ ਹੈ ਜਿਸ ਨੇ 2 ਸਰਕਾਰਾਂ ਬਦਲੀਆਂ ਤੇ 3 ਮੁੱਖ ਮੰਤਰੀ, ਪਰ ਅੱਜ ਵੀ ਸੰਗਤ ਨੂੰ ਇੰਤਜ਼ਾਰ ਹੈ ਤਾਂ ਬਸ ਇਨਸਾਫ ਦਾ। ਇਸ ਸਭ ਦੇ ਅਖੀਰ 'ਚ 2022 ਦੇ ਅਖੀਰ ਦੇ ਵਿੱਚ ਆਉਂਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੱਡੇ ਪੱਧਰ ਤੇ ਆਯੋਜਿਤ ਪ੍ਰੋਗਰਾਮ ਵੀਰ ਬਾਲ ਦਿਵਸ ਨੂੰ ਲੈ ਕੇ ਵੀ ਨਾਰਾਜ਼ਗੀ ਜਾਂ ਕਹਿ ਲਈਏ ਸਵਾਲ ਖੜੇ ਹੋਏ। ਨਾਰਾਜ਼ਗੀ ਸੀ ਕਿ ਨਾ ਵੀਰ ਬਾਲ ਦਿਵਸ ਨਹੀਂ ਸ਼ਹਾਦਤ ਦਿਵਸ ਦੇ ਵਜੋਂ ਹੋਣਾ ਚਾਹੀਦਾ ਹੈ, ਜਾਂ ਕਹਿ ਲਈਏ ਕਿ ਇਸ ਨੂੰ ਲੈ ਕੇ ਸਿੱਖ ਸਿਆਸਤ ਵੇਖਣ ਨੂੰ ਮਿਲੀ। ਸੋ ਦਿਓ ਇਜਾਜ਼ਤ, ਪ੍ਰੋਗਰਾਮ 'ਚ ਇੰਨਾ ਹੀ ਸੀ। ਧੰਨਵਾਦ, ਸਤਿ ਸ਼੍ਰੀ ਅਕਾਲ।